ਗੁਰਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ, ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤੋ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ। ਅਤੇ ਅੱਜ ਕੱਲ੍ਹ ਤੋਂ ਅੱਗੇ ਵਚਨ ਨੰਬਰ 323। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਭਜਨ ਮੰਡਲੀ ਨੇ ਚੇਤਾਵਨੀ ਦਾ ਸ਼ਬਦ ਝੂਠਾ ਹੈ ਸੰਸਾਰ ਤੂੰ ਕਰ ਲੈ ਸਤਿਗੁਰੂ ਨਾਲ ਪਿਆਰ ਬੋਲਿਆ। ਤਾਂ ਇਸ ਦੀ ਇੱਕ ਕੜੀ 'ਚ ਜਦ ਇਹ ਆਇਆ ਕਿ ਜਦ ਪਈ ਪਾਪਾਂ ਦੀ ਮਾਰ ਮਨਾਂ ਤੋਂ ਮਨ ਕਹਿਣਾ, ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਇਹ ਵਾਕਿਆ ਹੀ ਠੀਕ ਹੈ। ਫੌਜ 'ਚ ਇੱਕ ਦਰੋਗਾ ਸੀ, ਉਸ ਦੀ ਡੰਗਰਾਂ 'ਤੇ ਰਾਸ਼ਨ ਦੀ ਡਿਊਟੀ ਸੀ। ਉਹ ਹਮੇਸ਼ਾ ਹੀ ਰਾਸ਼ਨ ਦਾ ਸਮਾਨ ਇੱਧਰ ਉੱਧਰ ਕਰ ਦਿਆ ਕਰਦਾ ਸੀ। ਪਰ ਜਦੋਂ ਮੌਤ ਆਈ ਤਾਂ ਕਹਿੰਦਾ ਕਿ ਗਾਂ ਮੇਰੇ ਸਿੰਘ ਮਾਰਦੀ ਹੈ, ਫਲਾਣਾ ਜਾਨਵਰ ਮੈਨੂੰ ਮਾਰਦਾ ਹੈ। ਠੀਕ ਇਸੇ ਤਰ੍ਹਾਂ ਹੀ ਇੱਕ ਹੋਰ ਫੌਜੀ ਸੀ, ਉਸ ਦੀ ਵੀ ਆਦਤ ਸੀ ਉਸ ਸਮਾਨ ਨੂੰ ਇੱਧਰ ਉੱਧਰ ਕਰ ਦਿੰਦਾ ਸੀ, ਅਤੇ ਉਹ ਵੀ ਇਸੇ ਤਰ੍ਹਾਂ ਦੇ ਹੀ ਪੈਸੇ ਲੈ ਕੇ ਆਇਆ। ਅਤੇ ਜਦੋਂ ਉਸ ਦੇ ਮੌਤ ਦਾ ਟਾਈਮ ਆਇਆ, ਕਹਿੰਦਾ ਕਾਕੇ ਦੀ ਮਾਂ ਜਮਦੂਤਾਂ ਨੇ ਮੇਰੇ ਹੱਥ ਪੈਰ ਸਾੜ ਦਿੱਤੇ ਨੇ। ਅਤੇ ਫਿਰ ਫਰਮਾਇਆ, ਇਹ ਹਿਸਾਬ ਕਿਤਾਬ ਸਭ ਨੂੰ ਦੇਣਾ ਪੈਂਦਾ ਹੈ। ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਆਪਣੇ ਬਾਰੇ ਦੱਸਿਆ, ਜਦੋਂ ਉਹ ਮਹਾਰਾਜਾ ਨਾਭਾ ਦੀ ਸਟੇਟ ਵਿੱਚ ਉਹਨਾਂ ਦੇ ਜੰਗਲਾਤ ਮਹਿਕਮੇ ਵਿੱਚ ਕੰਮ ਕਰਦੇ ਸੀ, ਅਤੇ ਰਾਜੇ ਦੇ ਆਪਣੇ ਹਾਥੀ ਪਾਲੇ ਹੋਏ ਸੀ, ਅਤੇ ਉਹ ਮੁਹਾਵਤ ਉਹਨਾਂ ਦਾ ਰਾਸ਼ਨ ਖਾ ਜਾਂਦੇ ਸੀ। ਅਗਰ ਹਾਥੀ ਖੁੱਲ੍ਹ ਜਾਵੇ ਤਾਂ ਖਾਨਦਾਨ ਨੂੰ ਵੀ ਮਾਰ ਦਿੰਦਾ ਹੈ। ਉਸ ਜਗ੍ਹਾ 'ਤੇ ਇੱਕ ਹਾਥੀ 'ਤੇ 3 ਜਣੇ ਸੰਭਾਲ ਲਈ ਲਾਏ ਹੋਏ ਸੀ। ਇੱਕ ਵਾਰੀ ਹਾਥੀਖਾਨਾ ਉੱਥੋਂ ਬਹੁਤ ਦੂਰ ਚਲਾ ਗਿਆ, ਤਾਂ ਸਾਡੇ ਅਫਸਰ ਮੈਨੂੰ ਕਹਿੰਦੇ, ਹਾਥੀ ਦੀ ਖੁਰਾਕ ਤੁਸੀਂ ਜਾ ਕੇ ਖਿਲਾ ਕੇ ਆਈਓ, ਕਿਉਂਕਿ ਦੂਸਰੇ ਆਦਮੀ ਉਹ ਖੁਰਾਕ ਘਰਾਂ ਵਿੱਚ ਰੱਖ ਲੈਂਦੇ ਸੀ। ਅਤੇ ਅਸੀਂ ਜਦੋਂ ਗਏ ਤਾਂ ਹਾਥੀ 1 ਮੀਲ ਤੋਂ ਹੀ ਸਾਨੂੰ ਆਉਂਦਾ ਦੇਖ ਕੇ ਝੂਮਣ ਲੱਗ ਗਿਆ। ਅਸੀਂ ਥੋੜ੍ਹੇ ਹੀ ਦਿਨ ਉੱਥੇ ਗਏ ਤਾਂ ਉਹ ਸਾਰੇ ਹਾਥੀ ਹੋਰ ਦੇ ਹੋਰ ਹੀ ਹੋ ਗਏ। ਵਚਨ ਨੰਬਰ 324। ਅੱਜ ਸਰਸਾ ਤੋਂ ਰਾਜੂ ਲੜਕਾ ਜੋ ਡੇਰੇ ਸੇਵਾ ਕਰਨ ਲਈ ਆਇਆ ਹੋਇਆ ਹੈ, ਉਸ ਬਾਰੇ ਮੋਹਨ ਸੇਠੀ ਨੇ ਮੈਨੇਜਰ ਸਾਹਿਬ ਜੀ ਨਾਲ ਗੱਲ ਕੀਤੀ ਕਿ ਇਸ ਦਾ ਜੀਜਾ ਨਾਰਾਜ਼ ਹੈ, ਇਸ ਨੂੰ ਘਰ ਭੇਜ ਦਿਓ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਰਾਜੂ ਨੂੰ ਬੁਲਾ ਕੇ ਫਰਮਾਇਆ ਕਿ ਸੇਠੀ ਸਾਹਿਬ ਨਾਲ ਘਰੇ ਚਲਾ ਜਾ, ਫੈਸਲਾ ਕਰਕੇ ਆ ਅਤੇ ਫਿਰ ਆਵੀਂ। ਤਾਂ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਤਿਗੁਰ ਜਿਸ ਨੂੰ ਦੇਵੇ। ਫਿਰ ਫਰਮਾਇਆ, ਜਿਸ ਨੂੰ ਪ੍ਰੇਮ ਹੁੰਦਾ ਹੈ ਉਸ ਨੂੰ ਇਹ ਰੁਕਾਵਟਾਂ ਵੀ ਆਉਂਦੀਆਂ ਨੇ। ਕਾਲਾਂ ਵਾਲੀ ਤੋਂ ਆਏ ਟੇਲਰ ਮਾਸਟਰ ਨੇ ਆਪਣੇ ਨਾਲ ਆਏ ਪ੍ਰੇਮੀ ਬਾਬੂ ਰਾਮ ਬਾਰੇ ਹਜ਼ੂਰ ਨੂੰ ਦੱਸਿਆ, ਜੀ ਇਹ ਸਾਰੇ ਮਜ਼੍ਹਬਾਂ 'ਚ ਫਿਰ ਕੇ ਆਇਆ ਹੈ, ਹੁਣ ਕਹਿੰਦਾ ਹੈ ਕਿ ਮੈਨੂੰ ਡੇਰੇ ਲੈ ਚੱਲੋ। ਪੂਜਯ ਮਨੀਸ਼ ਸਾਹਿਬ ਜੀ ਨੇ ਸੁਣ ਕੇ ਦਾਦੂ ਜੀ ਦੀ ਗੱਲ ਸੁਣਾਉਂਦੇ ਹੋਏ ਫਰਮਾਇਆ, ਦਾਦੂ ਜੀ ਬਾਹਰ ਜੰਗਲ ਪਾਣੀ ਜਾ ਰਹੇ ਸੀ, ਉਹਨਾਂ ਦਾ ਨੰਗਾ ਸਿਰ ਸੀ, ਅਤੇ 2 ਪੰਡਤ ਦਾਦੂ ਜੀ ਨੂੰ ਮਿਲਣ ਵਾਸਤੇ ਆ ਰਹੇ ਸੀ, ਅਤੇ ਉਹ ਰਸਤੇ 'ਚ ਹੀ ਮਿਲ ਗਏ। ਉਹਨਾਂ ਨੇ ਦਾਦੂ ਜੀ ਦੇ ਘਰ ਦਾ ਪਤਾ ਪੁੱਛਿਆ ਅਤੇ ਕਿੱਧਰ ਹੈ, ਅਤੇ ਨੰਗਾ ਸਿਰ ਦੇਖ ਕੇ ਦਾਦੂ ਸਾਹਿਬ ਜੀ ਦੇ ਸਿਰ ਵਿੱਚ ਠੋਲਾ ਮਾਰਿਆ ਕਿ ਕੁਸ਼ਗਨ ਹੋ ਗਿਆ ਹੈ। ਦੋਵੇਂ ਪੰਡਤ ਦਾਦੂ ਸਾਹਿਬ ਜੀ ਦੇ ਘਰ ਚਲੇ ਗਏ, ਅਤੇ ਥੋੜ੍ਹੀ ਦੇਰ ਬਾਅਦ ਦਾਦੂ ਸਾਹਿਬ ਵੀ ਆ ਗਏ। ਪੰਡਤ ਜੀ ਬੜੇ ਸ਼ਰਮਿੰਦੇ ਹੋਏ ਕਿ ਜੀ ਅਸੀਂ ਤਾਂ ਆਪ ਜੀ ਤੋਂ ਨਾਮ ਲੈਣ ਵਾਸਤੇ ਆਏ ਸੀ। ਤਾਂ ਇਹ ਸੁਣ ਕੇ ਦਾਦੂ ਸਾਹਿਬ ਕਹਿਣ ਲੱਗੇ, ਕੋਈ ਗੱਲ ਨਹੀਂ, 2 ਪਾਈ ਦੀ ਤੌੜੀ ਵੀ ਲੈਣੀ ਹੋਵੇ ਜਾਂ 2 ਪਾਈ ਦਾ ਘੜਾ ਵੀ ਲੈਣਾ ਹੋਵੇ ਤਾਂ ਉਸ ਨੂੰ ਵੀ ਠੋਲਾ ਮਾਰ ਕੇ ਦੇਖਦੇ ਹਾਂ, ਕੱਚਾ ਪੱਕਾ ਦੇਖ ਲੈਂਦੇ ਹਾਂ। ਤੁਸੀਂ ਤਾਂ ਨਾਮ ਲੈਣ ਆਏ ਹੋ, ਤਸੱਲੀ ਕਰਕੇ ਹੀ ਲੈਣਾ ਚਾਹੀਦਾ ਹੈ। ਫਿਰ ਫਰਮਾਇਆ, ਅੱਜ ਕੱਲ੍ਹ ਜ਼ਮਾਨਾ ਕਿਹੜਾ ਹੈ, ਲੋਕੀ ਤਾਂ ਹੋਕਾਂ ਮਾਰ ਮਾਰ ਕੇ ਨਾਮ ਦਿੰਦੇ ਨੇ। ਵਚਨ ਨੰਬਰ 325। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਪੂਜਯ ਮਨੀਸ਼ ਸਾਹਿਬ ਜੀ ਨੇ ਦਿੱਲੀ ਵਾਲੇ MLA ਪ੍ਰੇਮੀ ਸੱਜਣ ਕੁਮਾਰ ਦੀ ਗੱਲ ਕਰਦੇ ਫਰਮਾਇਆ ਕਿ ਟੇਪ 'ਚ ਵੀ ਇਹ ਵਚਨ ਭਰੇ ਹੋਏ ਨੇ। ਤਾਂ ਹੀ ਤਾਂ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਕੋਈ ਵੀ ਸਾਧੂ ਕਿਸੇ ਦੇ ਘਰ ਜਾਏ
ਤਾਂ ਉਸ ਨੂੰ ਅਲੱਗ ਕਮਰੇ 'ਚ ਰੱਖੋ, ਆਪ ਰੋਟੀ ਦੇ ਕੇ ਆਓ, ਕਿਸੇ ਬੀਬੀ ਨੂੰ ਉੱਥੇ ਨਾ ਜਾਣ ਦਿਓ। ਰਾਤ ਨੂੰ ਮਜਲਿਸ 'ਚ ਸਾਰੇ ਇਕੱਠੇ ਹੋਣ ਤਾਂ ਉਸ ਨੂੰ ਬੁਲਾਓ। ਫਿਰ ਪੁਜਮਨੇ ਸਾਹਿਬ ਜੀ ਨੇ ਫਰਮਾਇਆ, ਮਨ ਦਾ ਕੋਈ ਇਤਬਾਰ ਨਹੀਂ। ਮਸਤਾਨਾ ਜੀ ਕਿਹਾ ਕਰਦੇ ਸੀ ਕਿ ਉਹ ਮਾਰਿਆ ਗਿਆ ਨਾ ਮਾਰਿਆ ਗਿਆ। ਮਸਤਾਨਾ ਜੀ ਦਾ ਇਸ਼ਾਰਾ ਬਾਬਾ ਜੈਮਲ ਸਿੰਘ ਜੀ ਦੇ ਭਤੀਜੇ ਵੱਲ ਸੀ। ਬਾਬਾ ਜੈਮਲ ਸਿੰਘ ਜੀ ਦਾ ਭਤੀਜਾ ਬਲਵੰਤ ਬੀਬੀਆਂ 'ਚ ਬੈਠ ਕੇ ਸਤਸੰਗ ਕਰਿਆ ਕਰਦਾ ਸੀ ਲਾਹੌਰ 'ਚ। ਅਤੇ ਫਿਰ ਪੁਜਮਨੇ ਸਾਹਿਬ ਜੀ ਨੇ ਫਰਮਾਇਆ, ਅੱਜ ਕੱਲ੍ਹ ਜ਼ਮਾਨਾ ਕਿਹੜਾ ਹੈ, ਮਨ ਦਾ ਕੋਈ ਇਤਬਾਰ ਨਹੀਂ। ਵਚਨ ਨੰਬਰ 326। ਅੱਜ ਰਾਤ ਨੂੰ ਮੇਨ ਬਰਾਂਡੇ 'ਚ ਮਜਲਿਸ ਹੋਈ ਤਾਂ ਪੁਜਮਨੇ ਸਾਹਿਬ ਜੀ ਨੇ ਦਰਬਾਰ ਦੇ ਸਾਰੇ ਸਾਧੂਆਂ ਨੂੰ ਮਜਲਿਸ 'ਚ ਇਕੱਠਾ ਕੀਤਾ ਅਤੇ ਕਾਫੀ ਨਾਰਾਜ਼ ਹੋਏ। ਤਾਂ ਪੁਜਮਨੇ ਸਾਹਿਬ ਜੀ ਨੇ ਫਰਮਾਇਆ ਕਿ ਹੁਣ ਤਾਂ ਦਿਲ ਕਰਦਾ ਕਿ ਸਤਿਗੁਰੂ ਸਾਨੂੰ ਲੈ ਹੀ ਜਾਵੇ ਇਹਨਾਂ ਦੁਸ਼ਟਾਂ ਤੋਂ। ਬਾਅਦ ਵਿੱਚ ਮਹਾਤਮਾ ਬਲਕਾਰ ਜੀ ਦੇ ਬੜੇ ਭਾਈ ਸਰੂਪ ਸਿੰਘ ਜੀ ਯੂਪੀ ਤੋਂ ਆਈ ਇੱਕ ਚਿੱਠੀ ਸੁਣਾਈ, ਜੋ ਕਿ ਭੰਡਾਰੇ ਤੇ ਆ ਰਹੇ ਸੀ, ਪਰ ਗੜਬੜ ਕਰਕੇ ਰਸਤੇ 'ਚੋਂ ਹੀ ਮੁਰਾਦਾਬਾਦ ਤੋਂ ਵਾਪਸ ਚਲੇ ਗਏ। ਉਹਨਾਂ ਦੀ ਮੌਤ ਤੋਂ ਬਚਾ ਕੇ ਸਤਿਗੁਰੂ ਨੇ ਸੰਭਾਲ ਕੀਤੀ ਹੈ। ਫਿਰ ਫਰਮਾਇਆ ਕਿ ਇਹ ਕੰਮ ਕਰਨ ਵਾਲਾ ਰਾਮ ਹੈ। ਮਸਤਾਨਾ ਜੀ ਕਿਹਾ ਕਰਦੇ ਸਨ ਕਿ ਇਹ ਹਰਾ ਰਾਮ ਹੈ। ਕੋਈ ਕਰਮ ਹੀ ਐਸਾ ਹੋਵੇ ਤਾਂ ਦੂਸਰੀ ਗੱਲ ਹੈ, ਨਹੀਂ ਤਾਂ ਕਦਮ ਕਦਮ 'ਤੇ ਸਤਿਗੁਰ ਸੰਭਾਲ ਕਰਦਾ ਹੈ। ਬਾਅਦ 'ਚ ਫਰੀਦਾਬਾਦ ਤੋਂ ਆਈ ਭਜਨ ਸਿਮਰਨ ਵਾਲੇ ਪ੍ਰੇਮੀ ਦੀ ਚਿੱਠੀ ਪੜ੍ਹਾਈ। ਪ੍ਰੇਮੀ ਨੇ ਦੱਸਿਆ ਕਿ ਮੇਰਾ ਭਜਨ ਦਾ ਟਾਈਮ ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ 3-4 ਵਜੇ ਤੱਕ ਦਾ ਹੈ। ਮੈਨੂੰ ਭਜਨ ਕਰਨ ਨਾਲ ਕਾਫੀ ਸ਼ਾਂਤੀ ਮਿਲਦੀ ਹੈ। ਇਸ ਵੇਲੇ ਆਉਣ ਵਾਲੀ ਕਈ ਪਰੇਸ਼ਾਨੀਆਂ ਬਾਰੇ ਉਸਨੇ ਅੱਗੇ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਜਾਣਕਾਰੀ ਅਤੇ ਮਦਦ ਲਈ ਬੇਨਤੀ ਕੀਤੀ ਕਿ ਮੇਰੀਆਂ ਕਮੀਆਂ ਨੂੰ ਆਪ ਦੂਰ ਕਰਨ ਵਾਲੇ ਹੋ। ਤਾਂ ਮਨੇ ਸਾਹਿਬ ਜੀ ਨੇ ਫਰਮਾਇਆ ਕਿ ਦੇਖ ਲਓ ਬਈ, ਇਹ ਕੰਮ ਇਹਨਾਂ ਸਾਧੂਆਂ ਨੇ ਕਰਨਾ ਸੀ ਜੋ ਗ੍ਰਸਤੀ ਕਰਦੇ ਨੇ। ਇਹ ਸਾਰੇ ਹੀ ਪਤਾ ਨਹੀਂ ਕਿਸ ਹੰਕਾਰ 'ਚ ਤੁਰੇ ਫਿਰਦੇ ਨੇ ਕਿ ਪਤਾ ਨਹੀਂ ਅਸੀਂ ਕੀ ਬਣ ਗਏ ਹਾਂ। ਅਤੇ ਫਿਰ ਫਰਮਾਇਆ, ਹੋਰ ਤਾਂ ਕੀ ਕਰਨਾ ਹੈ, ਖਾਣਾ ਪੀਣਾ ਹੀ ਨਹੀਂ ਛੱਡਦੇ। ਵਚਨ ਨੰਬਰ 327। ਅੱਜ ਰਾਤ ਦੀ ਮਜਲਿਸ 'ਚ ਨਾਭਾ ਸ਼ਹਿਰ ਤੋਂ ਆਈ ਪ੍ਰੇਮੀ ਹਰਕਿਸ਼ਨ ਦੀ ਲੜਕੀ ਦੀ ਬਹੁਤ ਪ੍ਰੇਮ ਭਰੀ ਚਿੱਠੀ ਸੁਣਾਈ ਗਈ। ਚਿੱਠੀ ਵਿੱਚ ਅੱਗੇ ਉਹਨਾਂ ਨੇ ਪੁਜਮਨੇ ਸਾਹਿਬ ਜੀ ਦੇ ਦਰਦ ਬਾਰੇ ਵੀ ਪੁੱਛਿਆ ਹੈ ਕਿ ਕੀ ਹਾਲ ਹੈ। ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਹੀ ਫਿਕਰ ਰਹਿੰਦਾ ਹੈ ਕਿ ਜਲਦੀ ਤੋਂ ਜਲਦੀ ਪਤਾ ਦੇਣਾ ਕਿਆ ਹਾਲ ਹੈ। ਕਾਫੀ ਪ੍ਰੇਮ ਦੀ ਚਿੱਠੀ ਸੀ। ਤਾਂ ਮਨੇ ਸਾਹਿਬ ਜੀ ਨੇ ਫਰਮਾਇਆ, ਇਹਨਾਂ ਸਾਰੇ ਪਰਿਵਾਰ ਨੂੰ ਹੀ ਪ੍ਰੇਮ ਹੈ, ਬਹਿੰਦੇ ਵੀ ਨੇ। ਚਿੱਠੀ 'ਚ ਨਾਭੇ ਹੋਣ ਵਾਲੀ ਮਜਲਿਸ ਦਾ ਲਿਖਿਆ ਸੀ ਕਿ ਥੋੜ੍ਹੇ ਬਹੁਤ ਹੀ ਪ੍ਰੇਮੀ ਆਉਂਦੇ ਹਨ। ਤਾਂ ਫਿਰ ਪੁਜਮਨੇ ਸਾਹਿਬ ਜੀ ਨੇ ਫਰਮਾਇਆ, ਜੋ ਪ੍ਰੇਮੀ ਮਜਲਿਸ 'ਚ ਨਹੀਂ ਆਉਂਦੇ ਉਹ ਨਸੀਬ ਕਿੱਥੋਂ ਲੈ ਕੇ ਆਉਣ। ਅਤੇ ਫਿਰ ਪੁਜਮਨੇ ਸਾਹਿਬ ਜੀ ਨੇ ਰਾਤ ਵਾਲੀ ਗੱਲ ਦੁਬਾਰਾ ਦੁਹਰਾਈ ਕਿ ਜਿਹੜਾ ਕੰਮ ਸਾਧੂਆਂ ਨੇ ਕਰਨਾ ਸੀ ਉਹ ਗ੍ਰਸਤੀ ਕਰ ਰਹੇ ਨੇ, ਮੌਕੇ ਸਿਰ ਕੋਈ ਵੀ ਫਾਇਦਾ ਨਹੀਂ ਉਠਾਉਂਦਾ। ਵਚਨ ਨੰਬਰ 328। ਅੱਜ ਰਾਤ ਦੀ ਮਜਲਿਸ 'ਚ ਪੁਜਮਨੇ ਸਾਹਿਬ ਜੀ ਨੇ ਸਾਧੂਆਂ ਦੀ ਹਿਦਾਇਤ ਲਈ ਕੱਲ੍ਹ ਵਾਲੀਆਂ ਤਿੰਨੇ ਚਿੱਠੀਆਂ ਪੜ੍ਹਵਾਈਆਂ। ਅੱਜ ਪਿੰਡ ਗੰਧੇਲੀ ਤੋਂ ਮਸਤਾਨਾ ਜੀ ਦੇ ਚਿਤਾਏ ਪੁਰਾਣੇ ਪ੍ਰੇਮੀ ਮੱਲ ਸਿੰਘ, ਟਿੱਕਾ ਸਿੰਘ, ਮੁਖਤਿਆਰ ਸਿੰਘ ਦਰਸ਼ਨ ਕਰਨ ਲਈ ਆਏ ਹੋਏ ਨੇ। ਫਿਰ ਪੁਜਮਨੇ ਸਾਹਿਬ ਜੀ ਨੇ ਫਰਮਾਇਆ, ਤੁਹਾਡੇ ਸਾਧੂਆਂ ਵਿੱਚ ਨਿਮਰਤਾ ਤਾਂ ਹੈ ਹੀ ਨਹੀਂ, ਕੋਈ ਵੀ ਲਾਇਕ ਨਹੀਂ ਨਿਕਲਿਆ। ਫਿਰ ਫਰਮਾਇਆ, ਫਕੀਰ ਆਉਂਦੇ ਨੇ ਦਾਤ ਦੇਣ ਵਾਸਤੇ, ਪਰ ਕੋਈ ਲੈਣ ਵਾਸਤੇ ਤਿਆਰ ਹੀ ਨਹੀਂ। ਇਸੇ ਤਰ੍ਹਾਂ ਹੀ ਮਸਤਾਨਾ ਜੀ ਨੇ ਕਿਹਾ ਸੀ ਕਿ ਕਸਤੂਰੀ ਦਾ ਪੀਪਾ ਆਇਆ ਸੀ, ਕੋਈ ਲੈਣ ਵਾਲਾ ਹੀ ਨਹੀਂ, ਉਸੇ ਤਰ੍ਹਾਂ ਵਾਪਸ ਲੈ ਕੇ ਜਾ ਰਹੇ ਹਾਂ। ਫਿਰ ਮਸਤਾਨਾ ਜੀ ਨੇ ਕਿਹਾ ਸੀ ਕਿ ਜੇ ਹੋਰ ਨਾ ਕੋਈ ਨਿਕਲਿਆ ਤਾਂ ਮੈਨੇਜਰ ਤਾਂ ਖੜਾ ਹੀ ਹੈ। ਅੱਗੇ ਪੁਜਮਨੇ ਸਾਹਿਬ ਜੀ ਨੇ ਫਰਮਾਇਆ, ਮੌਕੇ ਸਿਰ ਕੋਈ ਫਾਇਦਾ ਨਹੀਂ ਉਠਾਉਂਦਾ। ਫਿਰ ਸਫੈਦ ਕਾਪੀ 'ਚੋਂ ਸੱਚੇ ਪਾਤਸ਼ਾਹ ਦੇ ਕਈ ਵਚਨ ਪੜ੍ਹਵਾਏ ਕਿ ਅੰਦਰ ਸਾਰਾ ਹਿਸਾਬ ਕਿਤਾਬ ਹੈ, ਲੇਖੇ ਸਾਸ ਗਰਾਸ ਹੈ, ਲੇਖੇ ਖਾਣਾ ਖਾਓ। ਫਿਰ ਫਰਮਾਇਆ, ਗ੍ਰਾਹੀ ਗ੍ਰਾਹੀ ਦਾ ਹਿਸਾਬ ਹੈ, ਇਹ ਜਿੰਨੀ ਭਗਤੀ ਕਰਦੇ ਨੇ ਉਨੀ ਜਮ੍ਹਾਂ ਹੁੰਦੀ ਹੈ, ਜਿੰਨੀ ਖਰਚ ਕਰਦੇ ਨੇ
ਉਨੀ ਘਟ ਜਾਂਦੀ ਹੈ। ਹਰੇਕ ਚੀਜ਼ ਦਾ ਹਿਸਾਬ ਹੈ। ਜੇ ਕਿਸੇ ਦੇ ਥੋੜ੍ਹਾ ਜਿਹਾ ਠੋਲਾ ਵੀ ਮਾਰੋ ਤਾਂ ਉਸ ਦਾ ਵੀ ਬਦਲਾ ਦੇਣਾ ਪੈਂਦਾ ਹੈ। ਫਿਰ ਆਪ ਜੀ ਨੇ ਪਿੰਡ ਗਦਰਾਣੇ ਦੀ ਮੱਝ ਦੇ ਸਿਰ 'ਚ ਕੀੜੇ ਪੈਣ ਵਾਲੀ ਸਾਖੀ ਸੁਣਾਈ ਅਤੇ ਫਿਰ ਫਰਮਾਇਆ ਕਿ ਇਹ ਸਾਰਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਫਿਰ ਫਰਮਾਇਆ ਫਕੀਰ ਇਹਨਾਂ ਨੂੰ ਅਗਨ ਸਾਗਰ 'ਚੋਂ ਕੱਢਣ ਲਈ ਆਉਂਦੇ ਨੇ ਅਤੇ ਇਹ ਉਲਟਾ ਦੁੱਖ ਦਿੰਦੇ ਨੇ। ਪਲਟੂ ਸਾਹਿਬ ਨੂੰ ਪੰਡਤਾਂ ਅਤੇ ਮੌਲਵੀਆਂ ਨੇ ਜਿੰਦਾ ਹੀ ਫੂਕ ਦਿੱਤਾ ਸੀ। ਈਸਾ ਨੂੰ ਸੂਲੀ 'ਤੇ ਚਾੜ੍ਹ ਦਿੱਤਾ ਸੀ। ਸ਼ਮਸ ਤਬਰੇਜ਼ ਦੀ ਖੱਲ ਲਾ ਦਿੱਤੀ ਸੀ। ਸਾਰੇ ਫਕੀਰਾਂ ਨੂੰ ਉਹਨਾਂ ਨੇ ਚੈਨ ਨਾਲ ਕੰਮ ਨਹੀਂ ਕਰਨ ਦਿੱਤਾ। ਕਾਲ ਨੇ ਉਲਟਾ ਉਹਨਾਂ ਨੂੰ ਦੁੱਖ ਹੀ ਦਿੱਤਾ ਹੈ। ਫਿਰ ਆਪ ਜੀ ਨੇ ਬਾਬਾ ਜੀ ਦੇ ਟਾਈਮ ਦੇ ਦੋ ਪ੍ਰੇਮੀ ਮੱਛਰ ਅਤੇ ਰਾਮ ਦੇ ਉੱਤੇ ਦੀ ਸਾਖੀ ਸੁਣਾਈ। ਇਸ ਤਰ੍ਹਾਂ ਦਾ ਭਜਨ ਸਿਮਰਨ ਕਰਨਾ ਚਾਹੀਦਾ ਹੈ। ਫਿਰ ਪਰਮਾਰਥੀ ਪੱਤਰ ਭਾਗ 2 ਵਿੱਚੋਂ ਉਹ ਮਜ਼ਮੂਨ ਪੜ੍ਹਾਇਆ ਕਿ ਕਿਸ ਤਰ੍ਹਾਂ ਕਾਲ ਨੇ ਫਕੀਰਾਂ ਨੂੰ ਦੁੱਖ ਦਿੱਤਾ ਹੈ। ਈਸਾ ਨੇ ਫਿਰ ਵੀ ਇਹੀ ਕਿਹਾ ਕਿ ਹੇ ਪਰਮਾਤਮਾ ਇਹਨਾਂ ਨੂੰ ਮੁਆਫ ਕਰ ਦੇਣਾ, ਇਹ ਭੁੱਲੇ ਹੋਏ ਨੇ, ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ। ਫਕੀਰ ਤਾਂ ਹਮੇਸ਼ਾ ਹੀ ਦਇਆ ਕਰਦੇ ਨੇ। ਸਾਖੀ ਨੰਬਰ 329। ਅੱਜ ਰਾਤ ਨੂੰ ਪੂਜਯ ਮਨੇਰ ਸਾਹਿਬ ਜੀ ਜਦ ਮਜਲਿਸ 'ਚ ਆਏ ਤਾਂ ਥੋੜ੍ਹੀ ਸੰਗਤ ਹੋਣ ਕਰਕੇ ਆਪ ਜੀ ਨੇ ਪੁੱਛਿਆ ਕਿ ਬਾਕੀ ਦੇ ਕਿੱਥੇ ਨੇ। ਫਿਰ ਫਰਮਾਇਆ ਲੱਗਦਾ ਉਹਨਾਂ ਦਾ ਜੀ ਨਹੀਂ ਕਰਦਾ ਮਜਲਿਸ 'ਚ ਆਉਣ ਦਾ, ਅਸੀਂ ਇਹਨਾਂ ਨੂੰ ਜਗਾਉਣ ਵਾਸਤੇ ਆਉਂਦੇ ਹਾਂ। ਪਰ ਉਹ ਕਹਿੰਦੇ ਨੇ ਕਿ ਮਦਈ ਚੁਸਤ ਗਵਾਹ ਸੁਸਤ, ਬਾਕੀ ਕਿੱਥੇ ਨੇ। ਮਾਸਟਰ ਗੋਪਾਲ ਸਿੰਘ ਕਾਨਪੁਰ ਵਾਲਿਆਂ ਨੇ ਕਿਹਾ ਜੀ ਇਹ ਗੁਰੂ ਨਾਨਕ ਸਾਹਿਬ ਵਾਲਾ ਅਸਲੀ ਮਿਸ਼ਨ ਹੈ। ਉਹ ਵੀ ਦਿਨੇ ਸੇਵਾ ਲੈਂਦੇ ਅਤੇ ਰਾਤ ਨੂੰ ਜਗਾਉਂਦੇ ਸੀ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਇਹ ਤਾਂ ਇੱਥੇ ਹੀ ਹੈ ਥੋੜ੍ਹਾ ਬਹੁਤ, ਨਹੀਂ ਤਾਂ ਸੱਚੇ ਸੌਦੇ ਕੋਈ ਨਹੀਂ ਜਗਾਉਂਦਾ, ਬਿਆਸ ਕੋਈ ਨਹੀਂ ਜਗਾਉਂਦਾ। ਬਾਬਾ ਜੈਮਲ ਸਿੰਘ ਜੀ ਸਾਰੀ ਰਾਤ ਜਗਾਈ ਰੱਖਦੇ ਸੀ। ਕਾਨ੍ਹਾ ਜੀ ਨੇ ਤਾਂ ਕਿੰਨਾ ਜ਼ੋਰ ਦਿੱਤਾ ਕਿ ਘੱਟ ਖਾਓ ਘੱਟ ਪਹਿਨੋ। ਹੁਣ ਦੇਖ ਲਓ ਸਾਧੂਆਂ ਕੋਲ 15-15 ਹਜ਼ਾਰ ਰੁਪਏ ਜਮ੍ਹਾਂ ਨੇ ਗੁਪਤ। ਇੰਨੀ ਤਾਲੀਮ ਦੇ ਬਾਅਦ ਵੀ ਇਹ ਹਾਲ ਹੈ। ਇਹ ਚੀਜ਼ ਇੱਥੇ ਹੀ ਨਹੀਂ ਤਾਂ ਬਾਅਦ 'ਚ ਔਖੇ ਹੁੰਦੇ ਨੇ। ਡੱਬ ਵਾਲੀ ਤੋਂ ਆਏ ਚੁੱਲ੍ਹਾ ਟੈਕਸ ਅਫਸਰ ਵੱਲ ਇਸ਼ਾਰਾ ਕਰਦੇ ਹੋਏ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਇਹ ਪਹਿਲਾਂ ਵੀ ਖਰਾਬ ਸੀ, ਹੁਣ ਨਹੀਂ। ਨੌਕਰੀ ਦੇ ਦੌਰਾਨ ਸਾਨੂੰ ਕਈ ਆਦਮੀ ਕਹਿੰਦੇ ਸਨ ਕਿ ਸਟੋਰ ਦੇ ਸਮਾਨ ਇੱਧਰ ਉੱਧਰ ਕਰਦੇ, ਅਸੀਂ ਕਹਿੰਦੇ ਇਹ ਨਹੀਂ ਕਰਨਾ, ਅਸਤੀਫਾ ਦੇ ਦਿਆਂਗੇ। ਅਤੇ ਫਿਰ ਫਰਮਾਇਆ ਅਸੀਂ ਮਾਇਆ ਜੋੜ ਕੇ ਵੀ ਨਹੀਂ ਰੱਖੀ ਅਤੇ ਮਾਲਕ ਨੇ ਕੋਈ ਕਮੀ ਵੀ ਨਹੀਂ ਦਿੱਤੀ। ਸੱਚੇ ਪਾਤਸ਼ਾਹ ਕਿਹਾ ਕਰਦੇ ਸਨ ਕਿ ਹੱਕ ਹਲਾਲ ਦੀ ਕਮਾਈ ਹੋਵੇ ਅਤੇ ਪੈਸਾ ਦੇਖ ਕੇ ਖਰਚ ਕਰੇ ਤਾਂ ਕਦੇ ਕਮੀ ਨਹੀਂ ਆਉਂਦੀ। ਇਹ ਫਜ਼ੂਲ ਖਰਚੀਆਂ ਕਰਕੇ ਹੀ ਦਿੱਕਤਾਂ ਆਉਂਦੀਆਂ ਨੇ। ਅਸੀਂ ਤਾਂ ਅਫਸਰਾਂ ਨੂੰ ਸਾਫ਼ ਕਹਿ ਦਿੰਦੇ ਸੀ ਕਿ ਜੇ ਰੁੱਖੀ ਮਿੱਸੀ ਖਾਣੀ ਹੈ ਤਾਂ ਇੱਥੇ ਬੈਠ ਜਾ ਅਤੇ ਜੇ ਹੋਰ ਕੁਝ ਖਾਣਾ ਹੈ ਤਾਂ ਹੋਟਲ 'ਤੇ ਚਲਾ ਜਾ। ਅਤੇ ਫਿਰ ਫਰਮਾਇਆ ਅਸੀਂ 20 ਰੁਪਏ 'ਤੇ ਕਲਰਕ ਭਰਤੀ ਹੋਏ ਸੀ। ਫਿਰ ਫਰਮਾਇਆ ਜਿਹੜਾ ਖੁਦ ਆਪਣੀ ਜਾਨ 'ਚੋਂ ਨਹੀਂ ਕੱਢਦਾ ਉਹ ਦੂਸਰੇ ਤੋਂ ਕੰਮ ਨਹੀਂ ਲੈ ਸਕਦਾ। ਵਚਨ ਨੰਬਰ 330। ਅੱਜ ਰਾਤ ਦੀ ਮਜਲਿਸ 'ਚ ਪੂਜੀ ਮਨੇਰ ਸਾਹਿਬ ਜੀ ਵਰਾਂਡੇ 'ਚ ਆਏ ਅਤੇ ਆਪ ਜੀ ਦੀ ਕੁਰਸੀ ਕਮਰਾ ਨੰਬਰ 8 ਅਤੇ 9 ਦੇ ਵਿਚਕਾਰ ਰੱਖੀ ਹੋਈ ਸੀ ਅਤੇ ਦੋਨੇ ਪਾਸੇ ਸੰਗਤ ਬੜੇ ਪ੍ਰੇਮ ਨਾਲ ਗਰਮ ਕੱਪੜੇ ਪਾ ਕੇ ਬੈਠੀ ਸੀ। ਅਤੇ ਸ਼ਾਮ ਨੂੰ ਚੰਡੀਗੜ੍ਹ ਤੋਂ ਜਨਕਰਾਜ ਮੋਂਗਾ ਜੀ ਦਰਸ਼ਨਾਂ ਲਈ ਡੇਰੇ ਆਏ ਹੋਏ ਸਨ। ਉਹਨਾਂ ਦੇ ਵੱਡੇ ਭਾਈ ਸੁਰੇਸ਼ ਮੋਂਗਾ ਬਾਰੇ ਗੱਲਬਾਤ ਕਰਦਿਆਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਸੁਰੇਸ਼ ਦੀ ਚਿੱਠੀ ਆਈ ਹੈ ਜੋ ਉਹ ਬਾਹਰਲੇ ਮੁਲਕ ਵਿੱਚ ਗਏ ਹੋਏ ਨੇ, ਉੱਧਰ ਕਿੰਨੀ ਤਨਖਾਹ ਲੈਂਦਾ ਹੈ। ਅਤੇ ਜਨਕਰਾਜ ਜੀ ਨੇ ਕਿਹਾ ਜੀ 6000 ਦੇ ਕਰੀਬ। ਅਤੇ ਫਿਰ ਫਰਮਾਇਆ ਇੱਥੇ ਕਿੰਨੀ ਮਿਲੂਗੀ। ਤਾਂ ਜਨਕਰਾਜ ਜੀ ਨੇ ਕਿਹਾ ਜੀ 2000 ਦੇ ਕਰੀਬ। ਤਾਂ ਮਨੇਰ ਸਾਹਿਬ ਜੀ ਨੇ ਕਿਹਾ ਇੱਧਰ 2000 ਹੀ ਠੀਕ ਹੈ, ਉੱਧਰ ਤਾਂ ਪਾਪ ਹੀ ਇਕੱਠਾ ਕਰਦੇ ਨੇ। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਜਿਹੜੇ ਇੱਧਰਲੇ ਬਾਹਰ ਜਾਂਦੇ ਨੇ ਉਹ ਕਿਹੜਾ ਠੀਕ ਨੇ, ਉਹ ਵੀ ਬਿਸਕੁਟਾਂ 'ਚ ਆਂਡੇ ਵਗੈਰਾ ਮਿਲਾਉਂਦੇ ਨੇ। ਫਿਰ ਆਪ ਜੀ ਨੇ ਅਮਰਪੁਰ ਤੋਂ ਆਏ ਦੋ ਪ੍ਰੇਮੀਆਂ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ ਬਿਸ਼ਨੋਈਆਂ ਨੂੰ ਕੋਈ ਖਤਰਾ ਨਹੀਂ, ਇਹ ਤਾਂ ਤਕੜੇ ਹੁੰਦੇ ਨੇ, ਇਹ ਡਰ ਤਾਂ ਬਾਣੀਆਂ ਨੂੰ ਹੁੰਦਾ ਹੈ। ਅਤੇ ਫਿਰ ਫਰਮਾਇਆ ਕਿ ਅਸਲੀ ਬਿਸ਼ਨੋਈ, ਅਸਲੀ ਸਿੱਖ
ਅਸਲੀ ਸਨਾਤਨੀ ਤਾਂ ਕੋਈ ਕੋਈ ਹੁੰਦਾ ਹੈ। ਫਿਰ ਆਪ ਜੀ ਨੇ ਸੰਗਤ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ਅਗਰ ਦੁਨੀਆ 'ਚ ਹਨ ਤੇ ਇਹੀ ਹਨ, ਫਿਰ ਵੀ ਅਸਲੀ ਤਾਂ ਉਹ ਹਨ ਜਿਹੜੇ ਅੰਦਰ ਜਾਂਦੇ ਨੇ। ਜੋ ਅਸੂਲ ਹੀ ਠੀਕ ਨਾ ਰੱਖਣ ਤਾਂ ਫਿਰ ਉਹ ਕਿਹੜੇ ਸਤਸੰਗੀ ਨੇ। ਵਚਨ ਨੰਬਰ 331। ਅੱਜ ਮਜਲਿਸ 'ਚ ਦੁਬਕੀਆਗੜ੍ਹ ਤੋਂ ਆਈ ਇੱਕ ਪ੍ਰੇਮੀ ਦੀ ਚਿੱਠੀ ਪੂਜਯ ਮਨੇਰ ਸਾਹਿਬ ਜੀ ਨੇ ਪੜ੍ਹਵਾਈ ਅਤੇ ਫਿਰ ਕਿਹਾ ਕਿ ਜਿਹੜਾ ਥੋੜ੍ਹਾ ਬਹੁਤ ਭਜਨ ਸਿਮਰਨ ਕਰਦਾ ਹੈ ਉਸ ਨੂੰ ਅੰਤਰਯਾਮਤਾ ਆ ਜਾਂਦੀ ਹੈ। ਕੋਈ ਖਿਆਲ ਨਾ ਕਰੇ ਤਾਂ ਦੂਸਰੀ ਗੱਲ ਹੈ, ਸਤਿਗੁਰ ਸੂਲੀ ਤੋਂ ਸੂਲ ਕਰਕੇ ਕਰਮ ਨੂੰ ਕਟਵਾ ਲੈਂਦਾ ਹੈ। ਵਚਨ ਨੰਬਰ 332। ਇੱਕ ਹੋਰ ਚਿੱਠੀ ਮਹਾਤਮਾ ਬਲਕਾਰ ਜੀ ਦੇ ਭਾਈ ਸਰੂਪ ਸਿੰਘ ਦੀ ਯੂਪੀ ਤੋਂ ਆਈ ਹੈ। ਪੂਜਯ ਮਨੇਰ ਸਾਹਿਬ ਜੀ ਨੇ ਪੜ੍ਹਾਈ। ਇਸ ਚਿੱਠੀ ਵਿੱਚ ਪਹਿਲਾਂ ਵੀ ਇੱਕ ਦੋ ਵਾਰੀ ਪੂਜਯ ਮਨੇਰ ਸਾਹਿਬ ਜੀ ਨੇ ਸਾਧੂਆਂ ਅਤੇ ਸੰਗਤ ਦੀ ਹਿਦਾਇਤ ਲਈ ਪੜ੍ਹਵਾਈ ਸੀ। ਆਪ ਜੀ ਨੇ ਅੱਗੇ ਫਰਮਾਇਆ ਕਿ ਇਹ ਦੰਗੇ ਕਰਨ ਵਾਲੇ ਲਫੰਗੇ ਹੀ ਨੇ, ਹੋਰ ਕੀ ਹੈ। ਅਤੇ ਫਿਰ ਫਰਮਾਇਆ, ਦਿੱਲੀ 'ਚ ਇੱਕ ਹਿੰਦੂ ਦੇ ਘਰ ਸਰਦਾਰ ਰਹਿੰਦਾ ਸੀ। ਜਦੋਂ ਉਸ 'ਤੇ ਲੋਕਾਂ ਨੇ ਹਮਲਾ ਕੀਤਾ ਤਾਂ ਹਿੰਦੂ ਨੇ ਸਰਦਾਰ ਨੂੰ ਆਪਣੇ ਕਮਰੇ 'ਚ ਛੁਪਾ ਲਿਆ ਅਤੇ 8 ਦਿਨ ਤੱਕ ਅੰਦਰ ਹੀ ਰੱਖਿਆ ਅਤੇ ਰੋਟੀ ਵਗੈਰਾ ਦਿੰਦੇ ਰਹੇ ਅਤੇ ਉਹਨਾਂ ਦੀ ਟੱਟੀ ਵੀ ਚੱਕਦੇ ਰਹੇ। ਹਮਲੇ ਵਾਲਿਆਂ ਨੂੰ ਕਹਿੰਦੇ ਕਿ ਇਹ ਤਾਂ ਪਤਾ ਨਹੀਂ ਕਿੱਧਰ ਚਲੇ ਗਏ ਨੇ। ਫਿਰ ਫਰਮਾਇਆ, ਜਿਹਨੂੰ ਸਤਿਗੁਰ ਨੇ ਬਚਾਉਣਾ ਹੈ ਉਹ ਬਚ ਜਾਂਦਾ ਹੈ। ਵਚਨ ਨੰਬਰ 233। ਅੱਜ ਨਾਭੇ ਤੋਂ ਆਈ ਬੀਬੀ ਸੁਦੇਸ਼ ਦੀ ਚਿੱਠੀ ਸੰਗਤ ਨੂੰ ਸੁਣਾਈ ਗਈ। ਕਾਫੀ ਪ੍ਰੇਮ ਅਤੇ ਭਜਨ ਸਿਮਰਨ ਬਾਰੇ ਸੀ। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਕੁਝ ਕਰਦਾ ਹੈ ਤਾਂ ਹੀ ਪਤਾ ਲੱਗਦਾ ਹੈ, ਪਹਿਲਾਂ ਇਸ ਤਰ੍ਹਾਂ ਹੀ ਹੁੰਦਾ ਹੈ। ਸੁਦੇਸ਼ ਨੇ ਲਿਖਿਆ ਕਿ ਭਜਨ 'ਚ ਇੰਨੀ ਮਸਤੀ ਹੈ ਕਿ ਦੁੱਖ ਸੁੱਖ ਦਾ ਪਤਾ ਹੀ ਨਹੀਂ ਰਹਿੰਦਾ। ਅਗਰ ਭਜਨ ਭੁੱਲ ਜਾਏ ਤਾਂ ਇਸ ਤੋਂ ਵੱਡਾ ਦੁੱਖ ਕੋਈ ਵੀ ਨਹੀਂ ਹੈ। ਤਾਂ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਰੋਣ ਦਾ ਹੀ ਮਜ਼ਮੂਨ ਹੈ। ਮੀਰਾ ਰੋਂਦੀ ਫਿਰਦੀ ਸੀ, ਸਭ ਕੁਝ ਰੋਣ ਨਾਲ ਹੀ ਮਿਲਦਾ ਹੈ। ਵਚਨ ਨੰਬਰ 334। ਅੱਜ ਰਾਤ ਦੀ ਮਜਲਿਸ 'ਚ ਕਾਫੀ ਸੰਗਤ ਸਰਸਾ ਤੋਂ ਟਰੱਕ 'ਤੇ ਪੂਜਯ ਮਨੇਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਮੋਹਨ ਸੇਠੀ ਨੂੰ ਫਰਮਾਇਆ ਕਿ ਬਲਦੇਵ ਨਹੀਂ ਆਇਆ। ਤਾਂ ਮੋਹਨ ਸੇਠੀ ਨੇ ਜਵਾਬ ਦਿੱਤਾ ਜੀ ਉਹ ਸਖਤਾ ਖੇੜਾ ਸ਼ਾਦੀ 'ਚ ਗਿਆ ਹੈ। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਉਸ ਦੀ ਸਾਲੀ ਆਈ ਸੀ ਪਿਟਕਾ ਲੈ ਕੇ। ਫਿਰ ਅਸੀਂ ਝਾੜੇ ਦੀ ਕੋਈ ਗੱਲ, ਚੱਜ ਦੀ ਗੱਲ ਕਰੋ। ਇਹ ਬਿਮਾਰੀਆਂ ਤਾਂ ਕਰਮਾਂ ਦਾ ਸਿਲਸਿਲਾ ਹੈ। ਲੋਕ ਤਾਂ ਕਹਿੰਦੇ ਨੇ ਨਾਮ ਮਿਲ ਗਿਆ ਹੁਣ ਤਾਂ ਵਿਹਲੇ ਹੋ ਗਏ। ਬਿਮਾਰੀਆਂ ਵਗੈਰਾ ਠੀਕ ਹੋ ਜਾਣ ਤਾਂ ਆਰਾਮ ਨਾਲ ਰਹੀਏ। ਵਚਨ ਨੰਬਰ 335। ਅੱਜ ਰਾਤ ਦੀ ਮਜਲਿਸ 'ਚ ਬਾਹਰੋਂ ਆਈ ਸੰਗਤ ਦੀ ਚਿੱਠੀ ਪੜ੍ਹਾਈ। ਇਸ ਵਿੱਚ ਪ੍ਰੇਮੀ ਨੇ ਪੁੱਛਿਆ ਸੀ, ਜੋ ਰਾਧਾ ਸੁਆਮੀ ਮੱਤ 'ਚ 5 ਨਾਮ ਦਾ ਸਿਮਰਨ ਦਿੰਦੇ ਨੇ ਉਸ ਬਾਰੇ ਦੱਸਣਾ ਕਿ ਕੀ ਹੈ। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਉਹ ਨਾਮ ਹੋਰ ਹੈ, ਇਹ ਉਸ ਵਰਗਾ ਨਹੀਂ। ਅਗਰ ਇਹ ਸਿਮਰਨ ਕਰੇ ਤਾਂ ਧੁਨ ਮੱਲੋ ਮੱਲੀ ਆਉਂਦੀ ਹੈ। ਫਿਰ ਫਰਮਾਇਆ, ਅਸੀਂ ਵੀ ਪਹਿਲਾਂ ਨਹੀਂ ਮੰਨਦੇ ਸੀ। ਅਤੇ ਫਿਰ ਫਰਮਾਇਆ, ਉਹ ਧੁਨ 'ਚ ਹੀ ਰਹਿ ਜਾਂਦੇ ਨੇ ਅਤੇ ਸਿਮਰਨ ਛੱਡ ਦਿੰਦੇ ਨੇ। ਬਾਗੜੀਆਂ ਨੂੰ ਤਾਂ ਯਾਦ ਹੀ ਨਹੀਂ ਰਹਿੰਦਾ ਸੀ। ਤਾਂ ਮਸਤਾਨਾ ਜੀ ਕਿਹਾ ਕਰਦੇ ਸੀ, ਸਾਡਾ ਤਾਂ ਇੱਕ ਨਾਮ ਹੀ ਕਾਫੀ ਹੈ। ਫਿਰ ਪੂਜਯ ਮਨੇਰ ਸਾਹਿਬ ਜੀ ਨੇ ਕਈ ਦਿਨ ਪਹਿਲਾਂ ਦੀ ਆਈ ਇੱਕ ਚਿੱਠੀ ਫਿਰ ਦੁਬਾਰਾ ਪੜ੍ਹਵਾਈ। ਫਰਮਾਇਆ, ਇਸ ਨੂੰ ਕਾਲਕੀ ਹੱਥ ਲਾ ਸਕਦਾ ਹੈ। ਇਸ ਤਰ੍ਹਾਂ ਹੀ ਅਰਨੀਆਂ ਵਾਲੇ ਦਾਖਾਂ ਬੀਬੀ ਸੀ, ਉਹ ਵੀ ਇਸੇ ਤਰ੍ਹਾਂ ਹੀ ਮਸਤ ਰਹਿੰਦੀ ਸੀ। ਅਤੇ ਫਿਰ ਫਰਮਾਇਆ, ਬਸ ਬਈ ਇਸ ਪ੍ਰੇਮ ਦੀ ਕਦਰ ਹੈ ਤਾਂ ਇਹ ਚੀਜ਼ ਆਉਂਦੀ ਹੈ। ਸਵਾਮੀ ਜੀ ਦੇ ਟਾਈਮ ਇੱਕ ਬੀਬੀ ਨਹਾ ਰਹੀ ਸੀ, ਬਾਹਰੋਂ ਇੱਕ ਜੋਗੀ ਆ ਗਿਆ। ਉਸਨੇ ਪ੍ਰੇਮ ਦਾ ਇੱਕ ਸ਼ਬਦ ਗਾਇਆ ਤਾਂ ਉਹ ਬੀਬੀ ਨੂੰ ਐਸਾ ਪ੍ਰੇਮ ਜਾਗਿਆ ਕਿ ਨੰਗੀ ਹੀ ਸਵਾਮੀ ਜੀ ਦੇ ਡੇਰੇ ਵੱਲ ਦੌੜ ਪਈ। ਸਵਾਮੀ ਜੀ ਉਸ ਨੂੰ ਦੇਖ ਕੇ ਕਹਿਣ ਲੱਗੇ, ਬੀਬੀ ਤੂੰ ਤਾਂ ਨੰਗੀ ਹੈ। ਫਿਰ ਉਸਨੇ ਕੱਪੜੇ ਪਾਏ ਤਾਂ ਸਵਾਮੀ ਜੀ ਕਹਿਣ ਲੱਗੇ, ਚਲੋ ਸਾਨੂੰ ਇੱਕ ਤਾਂ ਪ੍ਰੇਮੀ ਮਿਲਿਆ। ਅਤੇ ਫਿਰ ਫਰਮਾਇਆ ਕਿ ਜੇ ਪ੍ਰੇਮ ਨਹੀਂ ਤਾਂ ਕੁਝ ਵੀ ਨਹੀਂ, ਅਤੇ ਜੇ ਪ੍ਰੇਮ ਹੈ ਤਾਂ ਸਿਮਰਨ ਹੈ। ਮਸਤਾਨਾ ਜੀ ਨੇ ਇੰਨਾ ਭਜਨ ਸਿਮਰਨ 'ਤੇ ਜ਼ੋਰ ਨਹੀਂ ਦਿੱਤਾ ਜਿੰਨਾ ਪ੍ਰੇਮ 'ਤੇ ਜ਼ੋਰ ਦਿੱਤਾ ਹੈ। ਜੋ ਫਕੀਰ ਦੇ ਨਾਲ ਪ੍ਰੇਮ ਹੈ ਤਾਂ ਸਾਰਾ ਕੁਝ ਹੀ ਹੈ। ਗਿਆਨ ਤਾਂ
ਇਹ ਹੈ ਜਿਹੜਾ ਮੀਰਾ ਨੇ ਕਿਹਾ ਹੈ, ਅੰਕੜੀ ਗਲੀ ਮਹਿਮਾਨੇ ਸਤਿਗੁਰ ਮਿਲਿਓ, ਕਿਣ ਵਿਦ ਫਿਰੂ ਰੇ ਅਪੁੱਠੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੇਰ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੇ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।